ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਕਾਂਗਰਸ ਵੱਲੋਂ ਜਿਹੜੀ ਪਹਿਲੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਉਸ ਤੋਂ ਬਾਅਦ ਬਾਗੀ ਸੁਰਾਂ ਉੱਠਣੀਆਂ ਸ਼ੁਰੂ ਹੋ ਚੁੱਕੀਆਂ ਨੇ। ਕਾਫੀ ਜਿਹੜੇ ਲੀਡਰਸ ਨੇ ਉਹ ਪਾਰਟੀ 'ਚ ਰਹਿ ਕੇ ਪਾਰਟੀ ਦੇ ਖਿਲਾਫ ਆਵਾਜ਼ ਚੁੱਕ ਰਹੇ ਨੇ ਤੇ ਕਈ ਜਿਹੜੇ ਨੇ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ। ਅੱਜ ਸਰਵਨ ਸਿੰਘ ਫਲੌਰ ਜਿਹੜੇ ਸਾਬਕਾ ਜੇਲ੍ਹ ਮਿਨਿਸਟਰ ਰਹੇ ਨੇ, ਉਹ ਆਪਣੇ ਬੇਟੇ ਦਮਨਵੀਰ ਸਿੰਘ ਫਲੌਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਏ ਨੇ। ਗੱਲਬਾਤ ਕਰਾਂਗੇ। ਫਲੌਰ ਸਾਹਿਬ, ਫੈਸਲਾ ਜਿਹੜਾ ਲਿਆ ਗਿਆ ਕਾਂਗਰਸ ਛੱਡ ਕੇ ਢੀਂਡਸਾ ਜੀ ਦੀ ਪਾਰਟੀ 'ਚ ਆਏ ਹੋ, ਕੀ ਵਜ੍ਹਾ ਰਹੀ? ਦੇਖੋ, ਵਜ੍ਹਾ ਤਾਂ ਇਹੀ ਆ, ਸਭ ਤੋਂ ਪਹਿਲਾਂ ਜਿੰਨੀਆਂ ਪਾਰਟੀਆਂ ਹੁੰਦੀਆਂ ਦੇਸ਼ ਦੇ ਵਿੱਚ, ਉਹਨਾਂ ਦੇ ਸਾਹਮਣੇ ਦੇਸ਼ ਹੁੰਦਾ, ਸੂਬੇ ਦੇ ਲੀਡਰਾਂ ਦੇ ਸਾਹਮਣੇ ਵੀ ਸੂਬਾ ਕਿੱਦਾਂ ਤਰੱਕੀ 'ਤੇ ਜਾਣਾ, ਦੇਸ਼ ਕਿੱਦਾਂ ਤਰੱਕੀ 'ਤੇ ਜਾਣਾ। ਕਾਂਗਰਸ ਪਾਰਟੀ ਦਾ ਮੈਂ ਦੇਖਦਾ ਰਿਹਾ ਵੀ ਇਹਨਾਂ ਕੋਲ ਕੋਈ ਦੇਸ਼ ਦਾ ਏਜੰਡਾ ਨਹੀਂ, ਕੋਈ ਸੂਬੇ ਦਾ ਏਜੰਡਾ ਨਹੀਂ, ਆਪੋ ਆਪਣੀ ਲੜਾਈ ਸਾਰੇ ਲੜ ਰਹੇ ਆ। ਇੰਨੀ ਖਾਨਾ ਜੰਗੀ ਹੈ ਅਤੇ ਜਿਹੜਾ ਘਰ ਪਾਰਟੀ ਆਪਣਾ ਘਰੇ ਹੀ ਨਹੀਂ ਸੰਭਾਲ ਸਕਦੀ, ਉਹ ਦੇਸ਼ ਤੋਂ ਸੂਬੇ ਨੂੰ ਕਿੱਦਾਂ ਸੰਭਾਲ ਸਕਦੀ ਹੈ। ਇਸ ਗੱਲ ਨੂੰ ਮੁੱਖ ਰੱਖ ਕੇ ਇਹ ਇੱਧਰ ਮੈਨੂੰ ਦਿਸਦਾ ਵੀ ਢੀਂਡਸਾ ਸਾਹਿਬ, ਇਹਨਾਂ ਦਾ ਅਲਾਇੰਸ ਹੋਇਆ ਭਾਰਤੀ ਜਨਤਾ ਪਾਰਟੀ ਦੇ ਨਾਲ। ਇਹ ਅਲਾਇੰਸ ਦੇ ਨਾਲ ਇਹ ਸੂਬਾ ਵੀ ਅਤੇ ਦੇਸ਼ ਵੀ ਜਿਹੜਾ ਆ ਉਹ ਅੱਗੇ ਵਧੇਗਾ ਜੀ। ਪਰ ਫਲੌਰ ਸਾਹਿਬ, ਜਿਵੇਂ ਬੀਜੇਪੀ ਦੇ ਨਾਲ ਅਲਾਇੰਸ ਹੋਇਆ, ਹੁਣ ਤੱਕ ਬੀਜੇਪੀ ਦਾ ਵਿਰੋਧ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਸੀ, ਕਿਸਾਨ ਮੋਰਚਾ ਚੱਲ ਰਿਹਾ ਸੀ, ਅਜੇ ਵੀ ਲੋਕਾਂ 'ਚ ਜਿਹੜਾ ਹੈਗਾ ਇੰਨਾ ਗੁੱਸਾ ਉਹਨਾਂ ਦੇ ਪ੍ਰਤੀ ਜਿਹੜਾ ਉਹ ਸ਼ਾਂਤ ਨਹੀਂ ਹੋਇਆ। ਸੋ ਫੈਸਲਾ ਫਿਰ ਕਿਵੇਂ ਲਿਆ? ਲੱਗਦਾ ਕਿ ਬੀਜੇਪੀ ਦੇ ਨਾਲ ਰਲ ਕੇ ਵੀ ਜਿਹੜੀ ਹੈ ਬਣੇਗਾ ਕੁਛ? ਉਹ ਇਸ ਕਰਕੇ ਲਿਆ, ਬੀਜੇਪੀ ਨੇ ਠੀਕ ਹੈ, ਕਿਸਾਨਾਂ ਦਾ ਮਸਲਾ ਸੀ, ਕਿਸਾਨਾਂ ਨੇ ਸੰਘਰਸ਼ ਕੀਤਾ, ਉਹ ਮਸਲਾ ਵੀ ਬੀਜੇਪੀ ਦੀ ਸਰਕਾਰ ਨੇ ਉਹ ਕਾਨੂੰਨ ਵਾਪਸ ਲਏ। ਜਿਸ ਤਰ੍ਹਾਂ ਹੁਣ ਢੀਂਡਸਾ ਸਾਹਿਬ ਹੋਮ ਮਿਨਿਸਟਰ ਨੂੰ ਮਿਲ ਕੇ ਆਏ ਆ, ਇਹਨਾਂ ਨੇ ਪੰਜਾਬ ਦੀ, ਪੰਥ ਦੀ ਅਤੇ ਪੰਜਾਬ ਦੇ ਜਿਹੜੇ ਆਰਥਿਕ ਮਸਲੇ ਆ ਉਹਨਾਂ ਦੀ ਗੱਲ ਕੀਤੀ ਆ। ਹੁਣ ਜੇ ਉੱਪਰ ਸਰਕਾਰ ਹੋਊਗੀ ਸੈਂਟਰ ਦੀ, ਕੋਈ ਵੀ ਹੋਵੇ, ਜੇ ਬੀਜੇਪੀ ਦੀ ਸਰਕਾਰ ਤਾਂ ਉਹ ਤੋਂ ਹੀ ਆਸ ਕੀਤੀ ਜਾ ਸਕਦੀ ਆ। ਉਹ ਸਟਰੋਂਗ ਹੈ ਇਸ ਵੇਲੇ ਸਰਕਾਰ। ਉਹਨਾਂ ਨੇ ਪੰਜਾਬ ਪ੍ਰਤੀ ਫੈਸਲੇ ਕਰਨੇ ਵੀ ਸ਼ੁਰੂ ਕੀਤੇ, ਪੰਥ ਪ੍ਰਤੀ। ਜਿਸ ਤਰ੍ਹਾਂ ਹੁਣ ਸਾਹਿਬਜ਼ਾਦਾ ਸਾਹਿਬ ਦਾ ਜਿਹੜਾ ਉਹਨਾਂ ਨੇ ਵੀਰ ਦਿਵਸ, ਜਿਹੜਾ ਵੀਰ ਬਾਲਕ ਦਿਵਸ ਜਿਹੜਾ ਮਨਾਉਣਾ, ਉਹ ਕੀਤਾ। ਇਹਨਾਂ ਨੇ ਮਸਲਾ ਹੁਣ ਉੱਥੇ ਰੱਖਿਆ ਵੀ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਛੱਡਿਆ ਜਾਵੇ, ਉਹ ਰੱਖਿਆ। ਅਤੇ ਉਹਨਾਂ ਨੇ ਬੜੇ ਸਹਿਰਦ ਨੇ। ਉਹ ਮੈਨੂੰ ਉਮੀਦ ਆ ਇਹਨਾਂ ਦੀ ਗੱਲ 'ਤੇ, ਢੀਂਡਸਾ ਸਾਹਿਬ ਉਹਨਾਂ ਦੇ ਇਹਨਾਂ ਦੀ ਗੱਲ 'ਤੇ ਉਹ ਆਉਣਗੇ। ਇਸ ਕਰਕੇ ਉਹਨਾਂ ਨੇ ਇੱਧਰ ਨੂੰ ਕੰਮ ਕਰਨੇ ਸ਼ੁਰੂ ਕੀਤੇ ਆ। ਕੋਰੀਡੋਰ ਵੀ ਇਹਨਾਂ ਨੇ ਖੋਲ੍ਹਿਆ। ਪਹਿਲਾਂ ਕੋਰੀਡੋਰ ਖੋਲ੍ਹਣ ਲਈ ਕਰਤਾਰਪੁਰ ਸਾਹਿਬ ਦਾ ਕਿੰਨੇ ਚਿਰ ਤੋਂ ਆਪਣਾ ਜਦੋਜਹਿਦ ਕਰ ਰਿਹਾ ਸੀ। ਵਡਾਲਾ ਸਾਹਿਬ ਕਿੰਨੀਆਂ ਅਰਦਾਸਾਂ ਕਰਦੇ ਸੀ। ਅਰਦਾਸਾਂ ਤੋਂ ਬਾਅਦ ਕਰਨਾ ਤਾਂ ਸਰਕਾਰ ਨੇ 'ਤੇ ਸੀ, ਉਹ ਅਰਦਾਸਾਂ ਦਾ ਸਰਕਾਰ 'ਤੇ ਅਸਲੇ 'ਤੇ ਇਹਨਾਂ ਨੇ ਉਹ ਖੋਲ੍ਹਿਆ। ਇਸ ਲਈ ਉਹ ਹੁਣ ਪੰਜਾਬ ਪ੍ਰਤੀ ਜਿਹੜੀ ਬੀਜੇਪੀ ਦੀ ਸਰਕਾਰ ਆ, ਅਤੇ ਪਰ ਬੰਦਾ ਮੰਗਣ ਵਾਲਾ ਚਾਹੀਦਾ। ਹੁਣ ਜੇ ਮੰਗਣ ਵਾਲਾ, ਜੇ ਮੰਗੇ ਆਪਣੇ ਘਰ ਨੂੰ ਹੀ ਮੰਗੀ ਜਾਵੇ, ਸੂਬੇ ਲਈ ਮੰਗੇ ਨਾ, ਤੇ ਉਹਦੇ 'ਤੇ ਫਿਰ ਕੀ ਉਸ ਤੋਂ ਕੀ ਆਸ ਰੱਖ ਸਕਦੇ? ਤੁਸੀਂ 2016 ਤੱਕ ਸ਼੍ਰੋਮਣੀ ਅਕਾਲੀ ਦਲ 'ਚ ਰਹੇ ਜੀ, ਉਸ ਤੋਂ ਬਾਅਦ ਕਾਂਗਰਸ 'ਚ ਆ ਗਏ ਸੀ। ਹੁਣ ਤੁਸੀਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਬੀਜੇਪੀ ਤੇ ਪੰਜਾਬ ਲੋਕ ਕਾਂਗਰਸ ਦੇ ਜਿਹੜਾ ਅਲਾਇੰਸ ਹੈ ਇਹਦੇ ਨਾਲ ਜੁੜੇ ਹੋ। ਸੋ ਕਿਤੇ ਇਹ ਤਾਂ ਨਹੀਂ ਵੀ ਜਦੋਂ ਕੋਈ ਟਿਕਟ ਦਾ ਰੌਲਾ ਹੁੰਦਾ, ਟਿਕਟ ਨਹੀਂ ਮਿਲਦੀ, ਉਹ ਤੁਸੀਂ ਪਾਰਟੀ ਸਵਿੱਚ ਕਰ ਲੈਂਦੇ ਹੋ, ਕੋਈ ਤੁਹਾਡੀ ਇਮੇਜ 'ਤੇ ਇਹਦਾ ਅਸਰ ਪਏਗਾ? ਨਹੀਂ, ਮੈਂ ਤੁਹਾਨੂੰ ਉਹੀ ਦੱਸਿਆ ਵੀ ਟਿਕਟ ਇਜ਼ ਨੋ ਇਸ਼ੂ। ਸਾਡਾ ਇਸ਼ੂ ਸੂਬਾ ਕਿੱਦਾਂ ਤਰੱਕੀ ਕਰੇ, ਦੇਸ਼ ਕਿੱਦਾਂ ਤਰੱਕੀ ਕਰ ਸਕੇ। ਇਹਨਾਂ ਦੇ ਕੋਲੋਂ ਦੇਸ਼ ਦਾ ਅਤੇ ਸੂਬੇ ਦੀ ਤਰੱਕੀ ਦੀ ਕੋਈ ਆਸ ਨਹੀਂ। ਜਿਹੜਾ ਆਪਸ ਵਿੱਚ ਹੀ ਲੜੀ ਜਾਂਦਾ, ਆਪਣਾ ਘਰ 'ਚ ਹੀ ਲੜੀ ਜਾਂਦਾ, ਉਹ ਦੇਸ਼ ਦਾ ਨੂੰ ਕਿੱਦਾਂ ਬਚਾਊ, ਉਹ ਸੂਬੇ ਨੂੰ ਕਿੱਦਾਂ ਬਚਾਊ? ਤੁਸੀਂ ਗੱਲ ਕੀਤੀ ਹੈ ਜੀ ਟਿਕਟ ਦਾ ਕੋਈ ਇਸ਼ੂ ਨਹੀਂ, ਪਰ ਇਹ ਸਿਰਫ ਤੁਹਾਡੀ ਗੱਲ ਨਹੀਂ, ਹੋਰ ਵੀ ਜਿਹੜੀਆਂ ਬਾਗੀ ਸੁਰਾਂ ਉੱਠਦੀਆਂ ਨੇ, ਇਹ ਟਿਕਟਾਂ ਦੀ ਵੰਡ ਤੋਂ ਬਾਅਦ ਹੀ ਕਿਉਂ ਉੱਠਦੀਆਂ ਨੇ? ਨਹੀਂ, ਬਾਕੀ ਸੁਰਾਂ ਤਾਂ ਦੇਖੋ ਟਿਕਟ ਤੋਂ ਆਪੋ ਆਪਣੀ ਐਸਪੀਰੇਸ਼ਨਸ ਵੀ ਹੁੰਦੀਆਂ ਹੀ ਆ ਨਾ, ਇਹ ਵੀ ਹੁੰਦੀਆਂ ਹੀ ਆ। ਲੇਕਿਨ ਅਸੀਂ ਲਗਾਤਾਰ ਇਹ ਅਕਾਲੀ ਦਲ ਦੇ ਵਿੱਚ ਵੀ ਆਵਾਜ਼ ਉਠਾਉਂਦੇ ਰਹੇ ਅਤੇ ਇੱਥੇ ਵੀ ਉਠਾਉਂਦੇ ਰਹੇ ਆ ਵੀ ਇਹ ਜਿਹੜੇ ਮਸਲੇ ਆ ਪੰਜਾਬ ਦੇ, ਇਹ ਕਰਨ। ਪਰ ਹੁਣ ਜਦੋਂ ਕੋਈ ਇੱਧਰ ਨੂੰ ਤੁਰੇ ਨਾ, ਫਿਰ ਕੋਈ ਨਾ ਕੋਈ ਸਟੈਪ ਜਿਹੜਾ ਦੇਸ਼ ਦੇ ਭਲੇ ਲਈ, ਸੂਬੇ ਦੇ ਭਲੇ ਲਈ ਤਾਂ ਚੱਕਣਾ ਹੀ ਆ ਨਾ ਜੀ। ਤੁਸੀਂ ਖਾਨਾ ਜੰਗੀ ਦੀ ਗੱਲ ਕੀਤੀ ਹੈ ਜੀ। ਕਾਂਗਰਸ 'ਚ ਖਾਨਾ ਜੰਗੀ ਤਾਂ ਬਹੁਤ ਪਹਿਲਾਂ ਤੋਂ ਹੀ ਚੱਲ ਰਹੀ ਸੀਗੀ, ਉਦੋਂ ਤੁਹਾਡੇ ਧਿਆਨ 'ਚ ਨਹੀਂ ਇਹ ਚੀਜ਼ਾਂ ਆਈਆਂ ਕਿ ਹੁਣ ਕਾਂਗਰਸ ਨੂੰ ਉਸੇ ਵੇਲੇ ਤੁਹਾਨੂੰ ਛੱਡ ਦੇਣਾ ਚਾਹੀਦਾ ਸੀਗਾ ਜੀ? ਮੈਂ ਤਾਂ ਚਲ ਜੁਆਇਨ ਹੀ 17 'ਚ ਕੀਤਾ ਸੀ। ਮੈਂ ਤਾਂ 5 ਸਾਲ ਦਾ ਇਤਿਹਾਸ ਇਹਨਾਂ ਦਾ ਦੇਖਿਆ। ਹੁਣ 5 ਸਾਲ ਦਾ ਇਤਿਹਾਸ ਇਹਨਾਂ ਦਾ ਦੇਖ ਕੇ ਵੀ ਜਦੋਂ ਇਹਨਾਂ ਨੂੰ ਦੇਖਿਆ ਵੀ ਕਿਸੇ ਸੂਬੇ ਦੇ ਭਲੇ ਲਈ, ਦੇਸ਼ ਦੇ ਭਲੇ ਦੇ ਲਈ ਨਹੀਂ ਕਦਮ ਇਹਨਾਂ 'ਤੇ ਚੱਕ ਹੋਣੇ, ਨਾ ਇਹਨਾਂ ਨੇ ਚੱਕ ਹੋ ਰਹੇ ਆ, ਅਤੇ ਫਿਰ ਮੈਂ ਜੀ
ਸੋ ਇਹਨਾਂ ਦੇ ਬੇਟੇ ਦਮਨਵੀਰ ਫਲੋਰ ਵੀ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਦਮਨਵੀਰ ਜੀ, ਤੁਸੀਂ ਵੀ ਕਾਫੀ ਇਸ਼ੂਜ਼ ਚੱਕਦੇ ਰਹੇ ਹੋ, ਤੁਸੀਂ ਤੁਹਾਨੂੰ ਲੱਗਦਾ ਕਿ ਜਿਹੜੀ ਟਿਕਟ ਹੈਗੀ ਆ ਤੁਹਾਨੂੰ ਮਿਲਣੀ ਚਾਹੀਦੀ ਸੀ ਕਾਂਗਰਸ ਤੋਂ, ਜਿਹੜੀ ਹੋਰ ਕਿਸੇ ਨੂੰ ਮਿਲੀ ਹੈਗੀ ਹੈ? ਦੇਖੋ, ਜਿਵੇਂ ਫਲੋਰ ਸਾਹਿਬ ਨੇ ਪਹਿਲਾਂ ਤੁਹਾਨੂੰ ਦੱਸਿਆ, ਬਰੀਫ ਕੀਤਾ ਵੀ ਟਿਕਟ ਦਾ ਇਸ਼ੂ ਨਹੀਂ ਹੈਗਾ ਕੋਈ, ਬਟ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਅੱਜ ਜਿਹੜਾ ਜੁਆਇਨ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕੀਤਾ, ਕਿਉਂਕਿ ਅਕਾਲੀ ਦਲ ਜਿਹੜੀ ਹੈ ਉਹ ਪੰਜਾਬੀਆਂ ਦੀ ਮਾਂ ਪਾਰਟੀ ਹੈ, ਰੀਜਨਲ ਪਾਰਟੀ ਹੈ। ਤੇ ਇੱਕ ਬੜੀ ਵੱਡੀ ਹਮੇਸ਼ਾ ਗੱਲ ਦੇਖੀ ਗਈ ਹੈ ਵੀ ਰੀਜਨਲ ਪਾਰਟੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਜਿਹਦੇ ਵਿੱਚੋਂ ਇੱਕ ਹੈ, ਉਹ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਸੰਘਰਸ਼ ਕਰਦੇ ਰਹੇ ਆ। ਤੇ ਗੱਲ ਕਿੱਥੇ ਖਰਾਬ ਹੁੰਦੀ ਹੈ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਇੱਕ ਕਾਰਪੋਰੇਟ ਅਦਾਰਾ ਬਣ ਜਾਂਦਾ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ CEO ਬਣ ਜਾਂਦੇ ਆ। ਜਦੋਂ CEO ਦੇ ਤਰੀਕੇ ਨਾਲ ਕਾਰਪੋਰੇਟ ਸਿਸਟਮ ਨਾਲ ਅਦਾਰਾ ਚੱਲਣ ਲੱਗ ਗਿਆ ਤਾਂ ਫਿਰ ਉੱਥੇ ਬਹੁਤ ਸਾਰੇ ਇਸ਼ੂਜ਼ ਪਿੱਛੇ ਰਹਿ ਗਏ, ਸੈਲਫ ਇੰਟਰਸਟ ਦੀਆਂ ਗੱਲਾਂ ਅੱਗੇ ਆ ਗਈਆਂ, ਜਿਹਦੇ ਵਿੱਚ ਟਰਾਂਸਪੋਰਟ ਬਣਾਉਣਾ, ਮਹਿਲਾ ਵਰਗੇ ਹੋਟਲ ਬਣਾਉਣੇ, ਉਹ ਆ ਗਏ। ਤੇ ਅੱਜ ਜਿਹੜਾ ਅਸੀਂ ਫੈਸਲਾ ਲਿਆ, ਅਸੀਂ ਆਜ਼ਾਦ ਵੀ ਰਹਿ ਸਕਦੇ ਸੀ, ਪਰ ਉਹਨਾਂ ਗੱਲਾਂ ਨੂੰ ਦੇਖਦੇ ਹੋਏ ਜੋ ਪਲੇਟਫਾਰਮ ਇਸ ਵੇਲੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਪੰਜਾਬ ਨੂੰ ਦਿੱਤਾ ਹੈ, ਜਿਹਦੇ ਵਿੱਚ ਪੰਜਾਬ ਦਾ ਭਲਾ ਹੈ, ਪੰਥ ਦਾ ਭਲਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਦਾ ਭਲਾ ਹੈ, ਉਹ ਅਸੀਂ ਚੂਜ਼ ਕੀਤਾ ਹੈ। ਕਿਉਂਕਿ ਉਹਨਾਂ ਨੇ ਬਹੁਤ ਵੱਡੀ ਪੰਜਾਬ ਵਾਸਤੇ ਜਿਹੜੀ ਹੁਣ ਵੀ ਪਿੱਛੇ ਬੀਜੇਪੀ ਨਾਲ ਅਲਾਇੰਸ ਕਰਕੇ ਮੰਗਾਂ ਰੱਖੀਆਂ, ਜਿਹਦੇ ਵਿੱਚ ਪੰਜਾਬ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਦਿਖ ਰਿਹਾ ਗੋਲਡਨ ਸਟੇਟ ਬਣ ਜਾ ਰਿਹਾ। ਜਿਹੜੀ ਫਲੋਰ ਤੋਂ ਜੀ ਵਿਕਰਮਜੀਤ ਸਿੰਘ ਚੌਧਰੀ ਨੂੰ ਟਿਕਟ ਮਿਲੀ ਹੈ, ਉਹ ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਹੁਣ ਹਲਕੇ ਦਾ ਫਾਇਦਾ ਹੋਏਗਾ ਉਹਦੇ ਨਾਲ? ਦੇਖੋ, ਸਾਰੇ ਪੰਜਾਬ ਦੇ ਵਿੱਚ ਪਹਿਲਾ ਰਿਐਕਸ਼ਨ ਆਇਆ ਸੀ ਫਲੋਰ ਦਾ ਕਿ ਫਲੋਰ ਸੀਟ ਹਾਰ ਗਈ। ਜਦੋਂ ਪਹਿਲੀ ਲਿਸਟ ਆਈ ਹੈ ਨਾ ਜੀ, ਜਿਹਦੇ ਵਿੱਚ ਉਹਦੇ ਵਿੱਚ ਪਹਿਲਾ ਰਿਐਕਸ਼ਨ ਆਇਆ ਕਿ ਫਲੋਰ ਸੀਟ ਹਾਰ ਗਈ। ਉਸ ਦੇ ਨਾਲ ਹੀ ਜਿਹੜਾ ਆ ਇਸ ਸੀਟ ਨੂੰ ਅਨਾਉਂਸ ਕਰਦੇ ਹੀ ਬ੍ਰਦਰ, ਮੈਂ ਜਿਹੜੀ ਗੱਲ ਕਰਨਾ ਕਿ ਇਸ ਸੀਟ ਨੂੰ ਅਨਾਉਂਸ ਕਰਦੇ ਹੋਈ ਜਿਹੜੀ ਸਭ ਤੋਂ ਵੱਡੀ ਗੱਲ ਹੈ, ਉਹ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਪੰਜਾਬ ਮਾਡਲ ਦਾ ਦੀਵਾ ਸੀ, ਉਹ ਬੁੱਝ ਗਿਆ। ਕਿਉਂਕਿ ਜਿਹੜੀ ਲਿਸਟ ਹੈ ਜਿਹਦੇ ਵਿੱਚ ਉਹ ਗੱਲਾਂ ਕਰਦੇ ਸੀ ਵੱਡੀਆਂ ਰਾਹੁਲ ਗਾਂਧੀ ਜੀ ਕਰਦੇ ਸੀ 18 ਪੁਆਇੰਟ ਦਾ ਏਜੰਡਾ, ਰੇਤ ਮਾਫੀਆ, ਡਰੱਗ ਮਾਫੀਆ, ਜਿਹਦੇ ਵਿੱਚ ਉਹ ਗੱਲਾਂ ਹੋ ਰਹੀਆਂ ਸੀ। ਜਿੱਥੇ 18 ਪੁਆਇੰਟ ਰਾਹੁਲ ਗਾਂਧੀ ਦੇ ਏਜੰਡੇ ਦੀ ਸਾਰ ਅੱਗ ਘੁੱਟੀ ਗਈ, ਉੱਥੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਪੰਜਾਬ ਮਾਡਲ ਦਾ ਦੀਵਾ ਸੀ ਉਹ ਜਗਣ ਤੋਂ ਪਹਿਲਾਂ ਹੀ ਬੁੱਝ ਗਿਆ। ਕਿਉਂਕਿ ਫਲੋਰ ਦੇ ਵਿੱਚ ਜਿਨ੍ਹਾਂ ਤੇ ਵੱਡੇ ਇਲਜ਼ਾਮ ਲੱਗਦੇ ਸੀ, ਜਿਹੜੇ ਸਰਪ੍ਰਸਤੀ ਕਰ ਰਹੇ ਸੀ ਮਾਫੀਆਜ਼ ਦੀ, ਜਿਹੜੇ ਰੇਤ ਮਾਫੀਆ ਨਾਲ ਕੰਮ ਕਰ ਰਹੇ ਸੀ, ਜਿਹੜੇ ਡਰੱਗਸ ਦਾ ਕੰਮ ਕਰ ਰਹੇ ਸੀ, ਨੈਸ਼ਨਲ ਚੈਨਲਸ 'ਤੇ ਆਇਆ ਵਸੂਲੀ ਸਕੈਮ ਜਿਹਦੇ ਨਾਮ ਨਾਲ ਬਹੁਤ ਚਰਚਾ ਦੇ ਵਿੱਚ ਰਿਹਾ, ਜਿਹਦੇ 'ਚ RO ਸਿਸਟਮ 'ਚੋਂ ਪੈਸੇ ਖਾਧੇ ਗਏ, ਟਾਈਲਾਂ 'ਚੋਂ ਪੈਸੇ ਖਾਧੇ ਗਏ। ਤੇ ਐਸੇ ਉਮੀਦਵਾਰਾਂ, ਐਸੇ ਚੋਰਾਂ ਦੇ ਸਿਰ ਤੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਬਣਾਉਣਾ ਹੈਗਾ ਪੰਜਾਬ ਮਾਡਲ। ਸੋ ਉੱਥੇ ਕਾਂਗਰਸ 20 ਸਾਲ ਤੋਂ ਨਹੀਂ ਜਿੱਤੀ ਤੇ ਆਉਣ ਵਾਲੇ 20 ਸਾਲ ਵੀ ਨਹੀਂ ਜਿੱਤੇਗੀ ਜੇ ਇਹੀ ਕੈਂਡੀਡੇਟ ਰਹਿਣਗੇ। ਤੁਸੀਂ ਰਾਹੁਲ ਗਾਂਧੀ ਦੀ ਗੱਲ ਕੀਤੀ ਹੈ ਜੀ ਕਿ ਉਹ ਜਿਹੜਾ 18 ਪੁਆਇੰਟ ਏਜੰਡਾ ਸੀਗਾ ਉਹਦਾ ਸਾਹ ਘੋਟਿਆ ਗਿਆ ਜਿਸ ਤਰੀਕੇ ਦੇ ਨਾਲ ਟਿਕਟਾਂ ਦੀ ਵੰਡ ਹੋਈ ਹੈ। ਤੁਸੀਂ ਪਹਿਲਾਂ ਪ੍ਰੇਜ਼ ਵੀ ਕਾਫੀ ਕਰਦੇ ਰਹੇ ਜਦੋਂ ਚਰਨਜੀਤ ਸਿੰਘ ਚੰਨੀ ਦਾ ਅਨਾਉਂਸ ਕੀਤਾ ਸੀ, CM ਉਹਨਾਂ ਨੂੰ ਬਣਾਇਆ, ਤੁਸੀਂ ਉਦੋਂ ਕਾਫੀ ਸਵਾਗਤ ਕੀਤਾ ਸੀਗਾ ਕਿ ਇੱਥੋਂ ਪਤਾ ਲੱਗਦਾ ਰਾਹੁਲ ਗਾਂਧੀ ਦੀ ਸੋਚ ਦਾ ਕਿ ਜਿਹੜੇ ਕਿ ਐਸੀ ਲੀਡਰ ਨੂੰ ਜਿਹੜਾ ਹੈਗਾ ਐਡੇ ਵੱਡੇ ਪਲੇਟਫਾਰਮ ਤੇ ਬਿਠਾਇਆ। ਜੇ ਕਿਸੇ ਗਰੀਬ ਸਿੱਖ ਨੂੰ ਕੋਈ ਵੀ ਪਾਰਟੀ ਅਹਿਮੀਅਤ ਦੇਗੀ ਤਾਂ ਨਾ ਉਹਦਾ ਕਰੀਏ, ਕਿਉਂ ਨਾ ਕਰੀਏ? ਠੀਕ ਹੈ ਨਾ ਜੀ, ਕਰਨਾ ਚਾਹੀਦਾ। ਜੇ ਕਿਸੇ ਵੀ ਆਦਮੀ ਨੂੰ, ਇਹ ਨਹੀਂ ਕੋਈ, ਮੈਂ ਤਾਂ ਵੈਸੇ ਕਾਸਟਿਜ਼ਮ 'ਚ ਬਿਲੀਵ ਨਹੀਂ ਕਰਦਾ, ਜੇ ਕਿਸੇ ਵੀ ਗਰੀਬ ਆਦਮੀ ਨੂੰ ਕੋਈ ਅਹੁਦਾ ਮਿਲਦਾ, ਕੋਈ ਵੀ ਪਾਰਟੀ ਦਿੰਦੀ ਹੈ ਤਾਂ ਬੜੀ ਵੱਡੀ ਗੱਲ ਕਰਨਾ ਚਾਹੀਦਾ। ਪਰ ਜੋ ਹਾਲਾਤ ਅੱਗੇ ਆਏ ਆ, ਜੋ ਸਾਨੂੰ ਲੱਗਦਾ ਸੀ, ਅਸੀਂ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ, ਅੱਜ ਮੈਂ ਲੈ ਕੇ ਨਹੀਂ ਆਇਆ ਨਾਲ, ਔਨ ਰਿਕਾਰਡ ਤੇ ਆ ਮੇਰੇ ਕੋਲੇ, ਮੈਂ CM ਸਾਹਿਬ ਨੂੰ ਵੀ ਲਿਖੀਆਂ, ਮੈਂ ਰਾਹੁਲ ਗਾਂਧੀ ਨੂੰ ਵੀ ਚਿੱਠੀ ਲਿਖੀ ਹੈ। ਪਰ ਜਿਹੜੇ ਮੇਰੇ ਮਨ ਦੀਆਂ ਸੀਗੀਆਂ ਗੱਲਾਂ, ਜੋ ਹਲਕਾ ਚਾਹੁੰਦਾ ਸੀ, ਮੇਰਾ ਫਲੋਰ ਚਾਹੁੰਦਾ ਸੀ ਇਨਸਾਫ ਦਾ ਰਾਜ ਦੇਖਣਾ, ਉਹ ਨਹੀਂ ਇਹ ਦਿਖਾ ਸਕੇ। ਦਮਨਵੀਰ ਜੀ, ਤੁਸੀਂ BJP ਦਾ ਵੀ ਬਹੁਤ ਵਿਰੋਧ ਕਰਦੇ ਰਹੇ ਹੋ, ਖਾਸ ਤੌਰ ਤੇ ਜਿਹੜੀ ਲਖੀਮਪੁਰ ਖੀਰੀ 'ਚ ਘਟਨਾ ਹੋਈ ਸੀ, ਤੁਸੀਂ ਆਵਾਜ਼ ਚੱਕਦੇ ਰਹੇ ਸੀਗੇ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸੋ ਅਜੇ ਵੀ ਉਹਦੇ ਵਿੱਚ ਸਜ਼ਾ ਤਾਂ ਪੂਰੀ ਮਿਲੀ ਨਹੀਂ, ਹੁਣ ਤੁਸੀਂ BJP 'ਚ ਆਪ ਹੀ ਸ਼ਾਮਿਲ ਹੋਏ ਹੋ, ਉਹਨੂੰ ਕਿਵੇਂ ਦੇਖਦੇ? ਫਸਟ ਆਫ ਆਲ ਮੈਂ BJP 'ਚ ਸ਼ਾਮਲ ਨਹੀਂ, BJP ਸਾਡੀ ਅਲਾਇੰਸ ਪਾਰਟਨਰ ਹੈ। ਉਹ ਸਾਡੀ ਵਿਚਾਰਧਾਰਾ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ, ਅਸੀਂ ਸ਼ੁਰੂ ਤੋਂ ਅਕਾਲੀ ਪਰਿਵਾਰ ਹੈ, ਮੇਰਾ ਜਨਮ ਹੀ ਅਕਾਲੀ ਪਰਿਵਾਰ ਦੇ ਵਿੱਚ ਹੋਇਆ। ਦੂਸਰੀ ਗੱਲ, ਪਰ ਵੋਟ ਤਾਂ ਜੀ ਇਸੇ ਹਿਸਾਬ ਨਾਲ ਲੋਕ ਪਾਉਣਗੇ ਕਿ ਇਹ ਜਿਹੜੀ ਢੀਂਡਸਾ ਸਾਹਿਬ ਦੀ ਪਾਰਟੀ ਹੈ, ਇਹਨਾਂ ਦੇ ਨਾਲ BJP ਵੀ ਹੈ, ਇਹਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੀ ਹੈ। ਸੋ ਵੋਟਰ ਦੇ ਦਿਮਾਗ 'ਚ ਤਾਂ ਉਹ ਤਿੰਨੇ ਪਾਰਟੀਆਂ ਨੂੰ ਕੰਬਾਈਨ ਕਰਕੇ ਹੀ ਹੋਏਗਾ ਨਾ ਸਾਰਾ ਕੁਝ। ਦੇਖੋ, ਵੋਟਰ ਬਿਲਕੁਲ ਗੱਲ ਵੀ ਸਹੀ ਹੈ। ਤੁਸੀਂ ਦੱਸੋ ਵੀ ਸੂਬੇ ਦਾ ਭਵਿੱਖ ਜਿਹੜਾ ਆ ਸੈਂਟਰ ਸਰਕਾਰ ਤੋਂ ਬਿਨਾਂ ਚੱਲ ਸਕਦਾ? ਤੇ ਆਉਣ ਵਾਲੇ 15 ਸਾਲ BJP ਜਾ ਨਹੀਂ ਸਕਦੀ, ਤੇ ਜਿਹਦਾ ਪੀਪਾ ਹੀ ਖਾਲੀ ਹੈ ਉਹਦੇ ਤੋਂ ਅਸੀਂ ਕੀ ਮੰਗਣਾ? ਤੇ BJP ਨਾਲ ਅਸੀਂ ਸਾਂਝ ਕਿਉਂ ਨਾ ਰੱਖੀਏ?
ਬੀਜੇਪੀ ਨੇ ਜੋ ਸਿੱਖਾਂ ਨਾਲ ਜੋ ਸਿੱਖ ਇਸ਼ੂਸ ਤੇ ਕੰਮ ਕੀਤੇ ਆ ਪਿਛਲੇ ਸਮੇਂ ਦੇ ਵਿੱਚ, ਉਹਨਾਂ ਨੂੰ ਕਿਵੇਂ ਅਸੀਂ ਇਗਨੋਰ ਕਰ ਸਕਦੇ ਹਾਂ? ਇੱਕ ਤੁਸੀਂ ਜਿਹੜਾ ਪੰਜਾਬ ਡਰੱਗਸ ਕੇਸ ਹੈ ਉਹਦੇ ਵਿੱਚ ਬਹੁਤ ਆਵਾਜ਼ ਚੱਕਦੇ ਰਹੇ ਸੀਗੇ ਕਿ ਐਸਟੀਐਫ ਦੀ ਰਿਪੋਰਟ ਹੈ ਜਨਤਕ ਕੀਤੀ ਜਾਵੇ। ਬਿਲਕੁਲ ਐਂਡ ਦੇ ਵਿੱਚ ਜਾ ਕੇ ਜਨਤਕ ਹੋਈ, ਬਿਕਰਮ ਮਜੀਠੀਆ ਦੇ ਪਰਚਾ ਵੀ ਹੋਇਆ, ਉਸ ਤੋਂ ਬਾਅਦ ਜੋ ਵੀ ਹੋਇਆ ਅਰੈਸਟ ਵੀ ਨਹੀਂ ਹੋਏ, ਉਹਨਾਂ ਨੂੰ ਰਾਹਤ ਵੀ ਮਿਲ ਗਈ। ਸੋ ਇਸ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਇਸੇ ਇਸ਼ੂ ਦੇ ਉੱਤੇ ਤੇ ਬੇਅਦਬੀ ਦੇ ਇਸ਼ੂ ਦੇ ਉੱਤੇ ਹੀ ਕੈਪਟਨ ਅਮਰਿੰਦਰ ਸਿੰਘ ਚੋਣਾਂ ਜਿੱਤੇ ਸੀਗੇ ਤੇ ਉਹਨਾਂ ਨੂੰ ਹਟਾਇਆ ਵੀ ਇਸੇ ਇਸ਼ੂ ਕਰਕੇ ਹੀ ਗਿਆ ਸੀਗਾ। ਦੇਖੋ ਜਿਹੜਾ ਤੁਸੀਂ ਇਹ ਕਹਿੰਦੇ ਐਸਟੀਐਫ ਵਾਲਾ ਇਸ਼ੂ ਹੈ, ਬਹੁਤ ਲੇਟ ਹੋਇਆ, ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਤਾਂ ਕਿ ਪੰਜਾਬ ਨੂੰ ਕਲੈਰਿਟੀ ਮਿਲਦੀ ਵੀ ਕਿੰਨੀ ਕੁ ਕਾਂਗਰਸ ਗਵਰਨਮੈਂਟ ਡਰੱਗਸ ਨੂੰ ਲੈ ਕੇ। ਬਹੁਤ ਲੇਟ ਹੋਇਆ ਔਰ ਜਿਸ ਤਰ੍ਹਾਂ ਹੋਇਆ ਉਹ ਮੈਂ ਐਫਆਈਆਰ ਜਦੋਂ ਪੜ੍ਹੀ, ਚਲੋ ਮੈਂ ਤਾਂ ਹੁਣ ਲਾਅ ਪੁਆਇੰਟ ਤੇ ਜੇ ਗੱਲ ਕਰਾਂ ਤਾਂ ਉਹਦੇ ਵਿੱਚ ਕੁਝ ਨਹੀਂ ਸੀ, ਪਰ ਹਾਂ ਹੁਣ ਮੈਨੂੰ ਹਜੇ ਨਸ਼ਰ ਤਾਂ ਨਹੀਂ ਹੋਈਆਂ ਗੱਲਾਂ, ਪਰ ਬਹੁਤ ਗੱਲਾਂ ਮੈਨੂੰ ਦੇਖਣ ਨੂੰ ਸੁਣਨ ਨੂੰ ਮਿਲ ਰਹੀਆਂ ਕਿ ਆਉਣ ਵਾਲੇ ਦਿਨਾਂ ਵਿੱਚ ਥੋੜ੍ਹੀ ਜਿਹੀ ਉਹਨਾਂ ਨੇ ਪ੍ਰੋਗਰੈਸ ਕੀਤੀ ਹੈ। ਜਿਹੜੀ ਸਿੱਟ ਬਣੀ ਹੈ, ਜਿਹੜੀ ਉਹ ਐਸਟੀਐਫ ਵੱਲੋਂ ਮਜੀਠੀਆ ਸਾਹਿਬ ਦਾ ਕੇਸ ਕਰ ਰਹੀ ਹੈ, ਉਹਨੇ ਵਿੱਚ ਇਨਵੈਸਟੀਗੇਟ ਕਰ ਰਹੀ ਹੈ। ਉਹਨਾਂ ਨੇ ਕਾਫੀ ਕੁਝ ਰਿਕਾਰਡ ਲੱਭਿਆ ਜਿਹੜਾ ਉਸ ਸਮੇਂ ਨਿਰੰਜਨ ਸਿੰਘ ਈਡੀ ਅਫਸਰ ਨੇ ਛੁਪਾ ਲਿਆ ਸੀ। ਉਹਨੇ ਉਹ ਨਸ਼ਰ ਨਹੀਂ ਸੀ ਕੀਤਾ ਕਿਉਂਕਿ ਉਹਦੀ ਇੱਕ ਦੇ ਆਰ ਹੈਂਡ ਇਨ ਗਲੋਵਸ, ਇੱਕ ਸੀਗੇ ਉਹ, ਤੇ ਉਹ ਰਿਕਾਰਡ ਹੁਣ ਕਾਫੀ ਲੱਭਿਆ। ਪਰ ਇਹ ਗੱਲ ਆਉਣ ਵਾਲਾ ਸਮਾਂ ਦੱਸੇਗਾ ਵੀ ਉਹ ਰਿਕਾਰਡ ਪਬਲਿਕ 'ਚ ਆਉਂਦਾ ਜਾਂ ਨਹੀਂ ਆਉਂਦਾ, ਜਾਂ ਫਿਰ ਇੱਕ ਵਾਰ ਮਜੀਠੀਆ ਸਾਹਿਬ ਨੂੰ ਰਾਹਤ ਦੇਣ ਲਈ, ਉਹਨਾਂ ਨੂੰ ਇੱਕ ਪਹਿਲਾ ਸਿਟੀਜ਼ਨ ਬਣਾਉਣ ਲਈ ਸ਼ਾਇਦ ਪੰਜਾਬ ਦਾ, ਕਿਉਂਕਿ ਪਤਾ ਨਹੀਂ ਕਿਉਂ ਇੰਨੀਆਂ ਉਹਨਾਂ 'ਤੇ ਮਿਹਰਬਾਨ ਹੈ ਸਰਕਾਰਾਂ, ਤੇ ਉਹਨਾਂ ਨੂੰ ਸ਼ਾਇਦ ਕਰਨ ਲਈ ਸ਼ਾਇਦ ਛੁਪਾਇਆ ਜਾ ਸਕਦਾ। ਇੱਕ ਟਰਾਂਸਪੋਰਟ ਮਾਫੀਆ ਦਾ ਬਹੁਤ ਰੌਲਾ ਪੈਂਦਾ ਜੀ। ਰਾਜਾ ਵੜਿੰਗ ਟਰਾਂਸਪੋਰਟ ਮਿਨਿਸਟਰ ਬਣੇ, ਉਹ ਜੋ ਕਾਰਵਾਈ ਉਹਨਾਂ ਵੱਲੋਂ ਕਰਦੇ ਸੀਗੇ, ਤੁਸੀਂ ਉਹਨਾਂ ਦਾ ਵੀ ਬੜਾ ਉਹਨਾਂ ਨੂੰ ਪ੍ਰੇਜ਼ ਕਰਦੇ ਸੀਗੇ ਕਿ ਟਰਾਂਸਪੋਰਟ ਮਾਫੀਆ ਜਿਹੜਾ ਹੈਗਾ ਉਹ 'ਤੇ ਨਕੇਲ ਕਸੀ ਗਈ ਹੈ। ਹੁਣ ਤਾਂ ਤੁਸੀਂ ਕਾਂਗਰਸ ਤੋਂ ਬਾਹਰ, ਹੁਣ ਤੁਸੀਂ ਓਨੈਸਟਲੀ ਦੱਸ ਸਕਦੇ ਹੋ ਕਿ ਵਾਕਈ ਟਰਾਂਸਪੋਰਟ ਮਾਫੀਆ ਜਿਹੜਾ ਟੁੱਟਿਆ ਜਾਂ ਅਜੇ ਵੀ ਸਟਿਲ ਚੱਲ ਰਿਹਾ ਜੀ ਸਟੇਟ 'ਚ? ਦੇਖੋ ਹੁਣ ਤਾਂ ਮੈਨੂੰ ਪਤਾ ਨਹੀਂ, ਪਰ ਆਉਣ ਵਾਲੇ ਸਮੇਂ 'ਚ 22 ਤੋਂ ਬਾਅਦ ਇਹ ਮਾਫੀਆ ਸਾਰਾ ਟੁੱਟ ਜਾਏਗਾ, ਕਿਉਂਕਿ ਇੱਕੋ ਇੱਕ ਅਲਾਇੰਸ ਹੈ ਜਿਹੜਾ ਐਨਡੀਏ ਜਿਹਨੂੰ ਕਹਿ ਦਿੰਦੇ ਆਪਾਂ, ਜਿਹਦੇ ਵਿੱਚ ਬੀਜੇਪੀ ਸਾਡੀ ਲੀਡ ਪਾਰਟਨਰ ਹੈ, ਪੀਐਲਸੀ ਹੈ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਆ। ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਨੂੰ ਕੋਈ ਰਾਹਤ ਦੇ ਸਕਦਾ, ਮਾਫੀਆ ਤੋਂ ਕੋਈ ਸਾਨੂੰ ਰਾਹਤ ਦੇ ਸਕਦਾ ਤਾਂ ਇਹੀ ਅਲਾਇੰਸ ਦੇ ਸਕਦਾ। ਔਰ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਆਉਣ ਵਾਲੀ ਸਰਕਾਰ ਵੀ ਇਸੇ ਅਲਾਇੰਸ ਦੀ ਬਣੇਗੀ। ਲੋਕ ਮਨ ਬਣਾਈ ਬੈਠੇ, ਲੋਕ ਅੱਕੇ ਬੈਠੇ ਆ, ਕਿਸ ਗੱਲ ਮਾਫੀਆ ਦੀ ਗੱਲ ਕਰ ਲਈਏ, ਸਭ ਤੋਂ ਅੱਗੇ ਬੈਠੇ ਆ। ਮੈਂ ਆਪਣੇ ਹਲਕੇ 'ਚ ਗੱਲ ਕਰਾਂ ਤਾਂ ਦੋਨੇ ਹੀ ਰਲ ਕੇ ਲੁੱਟਦੇ ਰਹੇ ਆ, ਸੋ ਇਹ ਦੋਨਾਂ ਤੋਂ ਲੋਕ ਦੁਖੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਇੱਕ ਸਾਡੇ ਕੋਲ ਆਲਟਰਨੇਟ ਹੈ, ਇਹੀ ਸਰਕਾਰ ਸਾਨੂੰ ਇੱਕ ਗੋਲਡਨ ਪੰਜਾਬ ਦੁਬਾਰਾ ਦੇ ਸਕਦੀ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਸਰਵਨ ਸਿੰਘ ਫਲੌਰ ਅਤੇ ਦਮਨਵੀਰ ਫਲੌਰ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਜਿਹੜੇ ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਿਲ ਹੋਏ ਨੇ। ਸੋ ਕਾਂਗਰਸ ਦੇ ਵਿੱਚ ਸੀਗੇ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਜਿਹੜੇ ਰਹੇ ਨੇ, ਤੇ ਅੱਜ ਇਹਨਾਂ ਦਾ ਮੰਨਣਾ ਹੈ ਕਿ ਜਿਸ ਤਰੀਕੇ ਦੇ ਕਾਂਗਰਸ ਦੇ ਬੁਰੇ ਹਾਲ ਨੇ, ਖਾਨਾ ਜੰਗੀ ਚੱਲ ਰਹੀ ਹੈ, ਤੇ ਖਾਸ ਤੌਰ ਤੇ ਜਿਹੜੀਆਂ ਟਿਕਟਾਂ ਦੀ ਵੰਡ ਹੋਈ ਹੈ ਉਹਨੂੰ ਵੇਖ ਕੇ ਵੀ ਇਹ ਲੱਗਦਾ ਕਿ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਰਾਹੁਲ ਗਾਂਧੀ ਵੱਲੋਂ ਜਾਂ ਪੰਜਾਬ ਪ੍ਰਦੇਸ਼ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮਾਡਲ ਦਾ ਵਾਰ-ਵਾਰ ਜਿਹੜਾ ਪ੍ਰਚਾਰ ਕੀਤਾ ਜਾਂਦਾ, ਪਰ ਟਿਕਟਾਂ ਦੀ ਵੰਡ ਤੋਂ ਲੱਗ ਨਹੀਂ ਰਿਹਾ ਕਿ ਜਿਹੜਾ ਪੰਜਾਬ ਮਾਡਲ ਦੀ ਗੱਲ ਕਰਦੇ ਨੇ ਉਹ ਕਦੇ ਪੰਜਾਬ ਦੇ ਵਿੱਚ ਲਾਗੂ ਹੋ ਸਕਦਾ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।